ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਜੋ ਪੰਕਤੀਆਂ ਦਾ ਅਰਥ ਆਮ ਧਾਰਮਿਕ ਲੋਕ ਕਰਦੇ ਆ, ਵੈਸਾ ਹੀ ਭਾਵ ਸਤਿਪੁਰਖਾਂ ਦਾ ਨਹੀਂ ਹੈ। ਇਹ ਇਹਨਾਂ ਦਾ ਅਰਥ ਕਰਦੇ ਹਨ ਵੀ ਗੁਰੂ ਕਿਰਪਾ ਦੁਆਰਾ ਤੁਹਾਨੂੰ ਇੱਥੇ ਵੀ ਕੋਈ ਬਾਹਰੋਂ ਕਮੀ ਨਹੀਂ ਆਵੇਗੀ, ਸਮੱਸਿਆ ਨਹੀਂ ਆਵੇਗੀ, ਕੋਈ ਸਰੀਰਕ ਰੋਗ ਨਹੀਂ ਆਵੇਗਾ, ਬਿਮਾਰੀਆਂ ਨਹੀਂ ਆਉਣਗੀਆਂ, ਘਰੇਲੂ ਸਮੱਸਿਆ ਨਹੀਂ ਆਵੇਗੀ, ਧਨ ਸੰਪत्ति ਵੱਲੋਂ ਕੋਈ ਸਮੱਸਿਆ ਨਹੀਂ ਆਵੇਗੀ। ਕੋਈ ਵਿਘਨ ਨਹੀਂ ਪਵੇਗਾ। ਸਾਰੇ ਕਾਰਜ ਜਿਹੜੇ ਆ ਸਤਿਗੁਰੂ ਸਵਾਰੇਗਾ। ਸਤਿਗੁਰੂ ਹਮਰੇ ਕਾਜ ਸਵਾਰੇ ਕਹਿੰਦੇ ਵੀ ਹਨ ਨਾ ਪੜ੍ਹਦੇ। ਫਿਰ ਗੁਰੂ ਨੂੰ ਮੰਨੋਗੇ, ਗੁਰੂ ਵਾਲੇ ਹੋਵੋਗੇ ਤੁਸੀਂ। ਬਾਹਰ ਗੁਰੂਆਂ ਦੇ ਚਿੰਨ੍ਹ ਧਾਰਨ ਕਰੋਗੇ ਤੇ ਤੁਸੀਂ ਅੱਗੇ ਵੀ ਸੁਹੇਲੇ ਹੋਵੋਗੇ। ਪਰ ਜਿਨ੍ਹਾਂ ਨੇ ਕਿਹਾ ਹੈ ਨਾ, ਉਹਨਾਂ ਨੇ ਬਾਹਰੋਂ ਨਹੀਂ ਕਿਹਾ ਹੈ। ਸੁੱਖ ਸੁਵਿਧਾ ਵਾਸਤੇ ਖਿਆਲ ਵਿੱਚ ਰੱਖਣ ਯੋਗ ਹੈ। ਉਹਨਾਂ ਨੇ ਅੰਦਰ ਦੇ ਸੁੱਖ ਦੀ ਗੱਲ ਕੀਤੀ। ਸੁੱਖ ਨਾਹੀਂ ਰੇ ਹਰ ਭਗਤ ਬਿਨ। ਤੇ ਜਿਹੜੇ ਭਗਤੀ ਕਰਦੇ ਹਨ ਨਾ, ਉਹ ਬਾਹਰੀ ਸੁੱਖਾਂ ਨੂੰ ਛੱਡ ਦਿੰਦੇ ਹਨ। ਉਹ ਜਾਣ ਲੈਂਦੇ ਹਨ ਬਾਹਰੀ ਸੁੱਖ ਜਿਹੜੇ ਹਨ ਇਹ ਬਾਹਰ ਹੀ ਧਿਆਨ ਨੂੰ ਰੱਖਦੇ ਹਨ। ਤੇ ਉਹ ਫਿਰ ਸੁੱਖ ਪੱਲਰ ਤਿਆਗ, ਝੂਠੇ ਸੁੱਖ ਨੂੰ ਤਿਆਗ ਕੇ ਮਹਾਂ ਸੁੱਖ ਪਾਵੇ। ਝੂਠੀ ਪ੍ਰੀਤ ਨੂੰ ਤਿਆਗ ਕੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਬਾਕੀ ਨਾਲ ਤੋੜ ਦਿੱਤੀ। ਇਹ ਝੂਠੇ ਸੁੱਖਾਂ ਦੇ ਨਾਲੋਂ ਵੀ ਪ੍ਰੀਤ ਤੋੜ ਦਿੱਤੀ, ਝੂਠੇ ਸੰਬੰਧੀਆਂ ਦੇ ਨਾਲੋਂ ਵੀ ਤੋੜ ਦਿੱਤੀ। ਤੇ ਸੱਚੀ ਪ੍ਰੀਤ ਹੋਈ ਤਾਂ ਉਹ ਸੁੱਖ ਮਿਲਿਆ। ਤੋ ਐਸੇ ਜਿਹੜੇ ਭਗਤ ਹਨ, ਸੰਤ ਹਨ, ਸੰਤੋਹ ਮਾਖਨ ਖਾਇਆ, ਛਾਛ ਪੀਏ ਸੰਸਾਰ। ਉਹ ਸਾਰ ਖਾਂਦੇ ਹਨ। ਉਹ ਇਸ ਲੋਕ ਦੇ ਵਿੱਚ ਵੀ ਸੁਖਪੂਰਵਕ ਜੀਵਨ ਜੀਂਦੇ ਹਨ। ਵਾਸਤਵਿਕ ਦੇ ਵਿੱਚ ਪਹਿਲਾਂ ਇਹਨਾਂ ਸੁੱਖਾਂ ਦਾ ਤਿਆਗ ਹੋਵੇਗਾ। ਜਿਵੇਂ ਤੁਸੀਂ ਪੁੱਛਿਆ ਹੈ ਨਾ, ਮਾਤ ਲੋਕ ਤੂੰ ਛੁਟਕਾਰੇ ਦਾ ਉਪਾਵ। ਤੋ ਪਾਵ ਹੈ ਸਾਧ ਸੰਗ, ਸਤ ਸੰਗਤ ਮਿਲ ਰਹੀ ਹੈ ਮਾਤੋ ਜੈਸੇ ਮਧੁਪ ਮਖੀਰਾ। ਕਹਿੰਦੇ ਜਿਵੇਂ ਮਧੂ ਮੱਖੀਆਂ ਆਪਣੇ ਛੱਤੇ ਦੇ ਉੱਪਰ ਰਹਿੰਦੀਆਂ, ਕਿਵੇਂ ਇੱਕ ਦੂਸਰੇ ਦੇ ਉੱਪਰ ਬੈਠੀਆਂ ਰਹਿੰਦੀਆਂ। ਫਿਰ ਛੱਤੇ ਤੋਂ ਦੂਰ ਨਹੀਂ ਜ਼ਿਆਦਾ ਜਾਂਦੀਆਂ ਹਨ, ਓਨੀ ਦੂਰ ਹੀ ਜਾਂਦੀਆਂ ਹਨ ਜਿੰਨੀ ਦੂਰੋਂ ਉਹ ਵਾਪਸ ਫਿਰ ਛੱਤੇ ਦੇ ਉੱਪਰ ਮੋੜ ਆਉਣ ਤੇ ਆਪਣੀ ਖੁਰਾਕ ਲੈ ਕੇ ਫਿਰ ਛੇਤੀ ਆ ਜਾਂਦੀਆਂ। ਇਵੇਂ ਕਹਿੰਦੇ ਹਨ ਸਤਸੰਗੀ ਜਿਹੜੇ ਰਹਿੰਦੇ ਹਨ ਸਤ ਸੰਗਤ ਦੇ ਨਾਲ। ਉਹਨਾਂ ਨੂੰ ਫਿਰ ਇੱਕ ਦ੍ਰਿਸ਼ਟੀ ਮਿਲਦੀ ਹੈ। ਸਤਿਗੁਰੂ ਜਿਹੜੇ ਹਨ ਉਹ ਦ੍ਰਿਸ਼ਟੀ ਦਿੰਦੇ ਹਨ। ਵਿਵੇਕ ਬੁੱਧ ਕਹਿ ਲਓ। ਸਤ ਤੇ ਅਸਤ ਨੂੰ ਨਿਰਣਾ ਕਰਨ ਵਾਲੀ ਬੁੱਧੀ, ਦ੍ਰਿਸ਼ਟੀ ਸੰਸਾਰ ਨੂੰ ਦੇਖਣ ਦੀ ਨਜ਼ਰ। ਤੇ ਉਹਨਾਂ ਦੀ ਨਜ਼ਰ ਦੁਆਰਾ ਤੁਸੀਂ ਦੇਖੋਗੇ ਸੰਸਾਰ ਨੂੰ। ਤੇ ਉਹਨਾਂ ਦੀ ਨਜ਼ਰ ਦੁਆਰਾ ਕਿਵੇਂ ਦੇਖੋਗੇ? ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਸਮਝ ਕੇ ਤੁਹਾਨੂੰ ਖਿਆਲ ਵਿੱਚ ਆਵੇਗਾ ਵੀ ਜੋ ਕਹਿ ਰਹੇ ਹਨ ਹੈ ਤਾਂ ਠੀਕ ਹੀ। ਇਹ ਮਿਰਤ ਮੰਡਲ ਹੈ, ਮਿਰਤ ਲੋਕ ਕਹਿ ਲਓ। ਮਰ ਰਿਹਾ ਹੈ ਹਰ ਵਕਤ ਤੇ ਮੌਤ ਵੱਲ ਨੂੰ ਸਭ ਜਾ ਰਹੇ ਹਨ। ਤੁਸੀਂ ਕਹਿੰਦੇ ਹੋ ਨਵਾਂ ਸਾਲ ਚੜ੍ਹਿਆ ਹੈ, ਉਹ ਕਹਿੰਦੇ ਹਨ ਤੁਸੀਂ ਦੇਖੋ ਪੁਰਾਣਾ ਸਾਲ ਮਰ ਗਿਆ ਹੈ। ਤੁਸੀਂ ਕਹਿੰਦੇ ਹੋ ਜਨਮ ਦਿਨ ਆਉਣ ਵਾਲਾ ਹੈ,
ਉਹ ਕਹਿੰਦੇ ਹਨ ਨਹੀਂ, ਮਰਨ ਦੇਣਾ ਆਉਣ ਵਾਲਾ, ਤੁਸੀਂ ਮਰ ਰਹੇ ਹੋ। ਤੁਸੀਂ ਇੱਕ ਕਿਊ ਦੇ ਵਿੱਚ, ਇੱਕ ਲਾਈਨ ਦੇ ਵਿੱਚ, ਕਤਾਰ ਦੇ ਵਿੱਚ ਖੜੇ ਹੋ। ਤੇ ਤੁਹਾਡੀ ਵੀ ਵਾਰੀ ਆ ਹੀ ਜਾਵੇਗੀ। ਤੇ ਤੁਸੀਂ ਕਿਸੇ ਦੇ ਪਿੱਛੇ ਖੜੇ ਹੀ ਹੋ ਨਾ, ਤੇ ਲੋਕ ਤੇ ਮਾਰ ਹੀ ਰਹੇ ਆ। ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਦੀ। ਫਿਰ ਖਿਆਲ ਰੱਖਣ ਯੋਗ ਇਹ ਹੈ ਕਿ ਸੰਸਾਰੀ ਲੋਕ ਇਸ ਢੰਗ ਦੇ ਨਾਲ ਨਹੀਂ ਕਹਿੰਦੇ ਹਨ। ਉਹ ਕਹਿੰਦੇ ਹਨ ਖੁਸ਼ ਰਹਿਣਾ ਹੈ ਤੇ ਪੋਜ਼ੀਟਿਵ ਦ੍ਰਿਸ਼ਟੀ ਰੱਖੋ। ਉਹ ਖੁਸ਼ੀਆਂ ਮਨਾਉਂਦੇ ਰਹਿੰਦੇ ਹਨ, ਨਵੇਂ ਸਾਲ ਦੀਆਂ, ਜਨਮ ਦਿਨ ਦੀਆਂ, ਤਿਉਹਾਰਾਂ ਦੀਆਂ। ਉਹ ਕਹਿੰਦੇ ਜੇ ਤੁਸੀਂ ਇੱਦਾਂ ਸੋਚੋਗੇ ਤਾਂ ਸੰਸਾਰ ਤੋਂ ਉਦਾਸ ਹੋ ਜਾਓਗੇ। ਹਾਂ, ਇੱਕ ਵਾਰਾਂ ਤੇ ਉਦਾਸ ਹੋਵੋਗੇ, ਤੇ ਜਿਹੜੇ ਹੋਏ ਸਨ ਉਹਨਾਂ ਨੂੰ ਉਦਾਸੀਨ ਕਿਹਾ ਸੀ। ਤੇ ਜਦੋਂ ਸੰਸਾਰ ਵੱਲੋਂ ਵੈਰਾਗ ਹੋਵੇਗਾ ਤੇ ਉਦਾਸ ਤੇ ਹੋਵੋਗੇ। ਸੰਸਾਰ ਤੋਂ ਲਗਾਵ ਘਟੇਗਾ, ਤੇ ਲਗਾਵ ਉਦੋਂ ਹੀ ਘਟੇਗਾ ਜਦੋਂ ਅਸਲੀਅਤ ਸੰਸਾਰ ਦੀ ਪਤਾ ਲੱਗ ਜਾਵੇਗੀ। ਤੁਸੀਂ ਦੇਖੋਗੇ ਰੋਜ਼ ਰੋਜ਼ ਮਰ ਰਹੇ ਹਨ ਲੋਕ, ਖਪ ਰਹੇ ਹਨ, ਜਾ ਰਹੇ ਹਨ। ਕਿੱਧਰ ਜਾ ਰਹੇ ਹਨ? ਸਭ ਕਾਲ ਦੀ ਗਰਾਹੀ ਬਣ ਰਹੇ ਹਨ, ਮੌਤ ਦੇ ਮੂੰਹ 'ਚ। ਫਿਰ ਤੁਹਾਨੂੰ ਸਾਧ ਸੰਗ, ਹਰ ਹਰ ਨਾਮ ਚਿਤਾਰਾ, ਫਿਰ ਚੇਤੇ ਆਵੇਗਾ ਤੁਹਾਨੂੰ ਪਰਮਾਤਮਾ, ਜਦੋਂ ਸੰਸਾਰ ਮੌਤ ਰੂਪ ਦਿਖਾਈ ਦਿੱਤਾ। ਤੇ ਜਦੋਂ ਪਰਮਾਤਮਾ ਚੇਤੇ ਆਇਆ, ਫਿਰ ਤੁਹਾਡੇ ਅੰਦਰ ਅੰਕੁਰ ਪ੍ਰਗਟ ਹੋਵੇਗਾ। ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਕਹਿੰਦੇ ਹਨ ਪੂਰਬ ਅੰਕੁਰ ਪ੍ਰਗਟ, ਪੇਟਿਓ ਪੁਰਖ ਰਸਕ ਬੈਰਾਗ। ਕਿਸੇ ਰਸਕ ਪੁਰਖ ਦੇ ਨਾਲ ਮੇਲ ਹੋ ਗਿਆ ਤੇ ਅੰਕੁਰ ਫੁੱਟ ਪਿਆ। ਤੇ ਨਾਲ ਬੈਰਾਗੀ ਵੀ ਕਿਹਾ ਹੈ। ਵੇਖੋ, ਰਸਕ ਜਿਹੜਾ ਹੈ ਉਹ ਬੈਰਾਗੀ ਹੋਵੇਗਾ, ਸੰਸਾਰ ਵੱਲੋਂ ਵੈਰਾਗ ਹੋਵੇਗਾ, ਅੰਦਰੋਂ ਉਹਦੇ ਰਸ ਹੋਵੇਗਾ। ਇਹ ਉਲਟੀ ਗੱਲ ਹੈ, ਸੰਸਾਰ ਦੇ ਇਸੇ ਕਰਕੇ ਸਮਝ ਵਿੱਚ ਨਹੀਂ ਆਉਂਦੀਆਂ ਭਗਤਾਂ ਦੀਆਂ ਗੱਲਾਂ। ਸੰਸਾਰੀ ਸੋਚਦੇ ਹਨ ਵੀ ਸੰਸਾਰ ਵੱਲੋਂ ਨਿਰਾਸ਼ ਉਦਾਸ ਜਿਹੜਾ ਹੋ ਗਿਆ ਹੈ, ਉਹਨੂੰ ਸੁੱਖ ਕਿਵੇਂ ਹੋਵੇਗਾ। ਤੁਸੀਂ ਵੀ ਸੋਚੋਗੇ, ਤੁਹਾਨੂੰ ਵੀ ਇਵੇਂ ਲੱਗੇਗਾ ਵੀ ਜਿਹੜਾ ਬਿਲਕੁਲ ਨਿਰਾਸ਼ ਬੈਠਾ ਹੋਇਆ ਸੰਸਾਰ, ਹੈ ਨਾ, ਜਿਹਨੂੰ ਸੰਸਾਰ 'ਚ ਕੁਝ ਨਹੀਂ ਚੰਗਾ ਲੱਗਦਾ, ਸੁਖੀ ਕਿਵੇਂ ਹੋ ਸਕਦਾ। ਪਰ ਤੁਸੀਂ ਸੰਸਾਰ ਦੇ ਵਿੱਚ ਪਾਉਣ ਦਾ ਸੁੱਖ ਦੇਖਿਆ, ਜਾਣਦੇ ਹੋ। ਕਿਸੇ ਨੂੰ ਕੁਛ ਮਿਲਦਾ ਹੈ ਤੇ ਬਹੁਤ ਖੁਸ਼ੀ ਉਹਨਾਂ ਦੀ ਦੇਖਦੇ ਹੋ ਤੁਸੀਂ, ਬੜਾ ਖੁਸ਼ ਹੁੰਦਾ ਹੈ ਬੰਦਾ, ਜੋ ਚਾਹੀਦਾ ਸੀ ਮਿਲ ਗਿਆ, ਤੇ ਕਿੰਨੀ ਖੁਸ਼ੀ ਹੁੰਦੀ। ਪਰ ਦੂਸਰੀ ਖੁਸ਼ੀ ਨੂੰ ਨਹੀਂ ਨਾ ਦੇਖਦੇ ਤੁਸੀਂ, ਜੋ ਭਗਤਾਂ ਨੂੰ, ਪ੍ਰਭੂ ਦੇ ਪਿਆਰਿਆਂ ਨੂੰ ਹੁੰਦੀ ਹੈ ਆਨੰਦ। ਉਹ ਉਲਟਾ ਹੈ, ਉਹ ਸਭ ਕੁਛ ਛੱਡ ਕੇ ਹੁੰਦਾ ਹੈ। ਜਦੋਂ ਬਿਲਕੁਲ ਸਭ ਕੁਛ ਛੁੱਟ ਜਾਂਦਾ ਹੈ ਨਾ ਉਹਦੇ ਕੋਲ, ਉਹਨਾਂ ਕੋਲ, ਤਾਂ ਉਹ ਆਵਾਕ ਖੜੇ ਰਹਿ ਜਾਂਦੇ ਆ, ਹੈਰਾਨ, ਬਿਸਮਾਦ। ਤੇ ਉਹਨਾਂ ਨੂੰ ਫਿਰ ਜਦੋਂ ਕੁਛ ਨਹੀਂ ਮਿਰਤ ਮੰਡਲ ਦਿਖਾਈ ਦਿੰਦਾ, ਕੋਈ ਲੋਕ ਨਹੀਂ ਦਿਖਾਈ ਦਿੰਦਾ, ਨਾ ਕੋਈ ਮੌਤ, ਨਾ ਕੋਈ ਚਿੰਤਾ, ਤਾਂ ਉਹਨਾਂ ਦੇ ਆਨੰਦ ਨੂੰ ਤੁਸੀਂ ਥੋੜ੍ਹੀ ਜਾਣ ਸਕਦੇ ਹੋ, ਜਿਹਨੇ ਸਭ ਕੁਝ ਛੱਡ ਕੇ। ਉਹ ਤੇ ਛੱਡੋਗੇ ਤਾਂ ਹੀ ਜਾਣੋਗੇ ਨਾ। ਫਿਰ ਤੁਸੀਂ ਕਹਿੰਦੇ ਹੋ ਨਾ ਵੀ ਨਾ ਸੰਕਲਪ ਹੈ ਨਾ ਪ੍ਰੇਮ ਹੈ, ਤੇ ਇਸ ਮਾਤ ਲੋਕ ਤੋਂ ਛੁਟਕਾਰਾ ਕਿਵੇਂ ਹੋ ਸਕਦਾ। ਸਤ ਸੰਗਤ ਦੁਆਰਾ। ਤੇ ਅਜੋਕੇ ਸਮੇਂ 'ਚ ਮੈਂ ਕਹਿੰਦਾ ਤੁਸੀਂ ਬਹੁਤ ਵਡਭਾਗੀ ਹੋ,
ਦੂਰੋਂ ਵੀ ਕਰ ਸਕਦੇ ਹੋ ਤੁਸੀਂ ਸਤ ਸੰਗਤ, ਅਗਰ ਭਾਵਨਾ ਹੋਵੇਗੀ ਤਾਂ। ਕਿਉਂਕਿ ਸਰੀਰਕ ਨੇੜਤਾ ਤੇ ਬਿਨਾਂ ਭਾਵਨਾ ਤੋਂ ਹੋ ਸਕਦੀ ਹੈ, ਅੰਦਰੂਨੀ ਨੇੜਤਾ ਸਰੀਰਾਂ ਦੇ ਕੋਲ ਹੋ ਕੇ ਵੀ ਨਹੀਂ ਹੁੰਦੀ, ਦੂਰੋਂ ਵੀ ਹੋ ਸਕਦੀ ਹੈ। ਇਸ ਕਰਕੇ ਦੂਰੋਂ ਵੀ ਸਤਸੰਗਤ ਹੋ ਸਕਦੀ ਹੈ। ਤੇ ਸੁਣ ਸੁਣ ਕੇ, ਸਮਝ ਸਮਝ ਕੇ, ਜੀਵਨ 'ਚ ਢਾਲ ਢਾਲ ਕੇ ਤੁਸੀਂ ਹੌਲੀ ਹੌਲੀ ਜਾਣੋਗੇ ਸੰਸਾਰ ਦਾ ਅਸਲੀ ਸਰੂਪ। ਪਹਿਲਾਂ ਮਿਰਤ ਮੰਡਲ ਨੂੰ, ਮਾਤ ਲੋਕ ਨੂੰ, ਪ੍ਰਭੂ ਦੇ ਪਿਆਰਿਆਂ ਨੂੰ ਸੁਣ ਸੁਣ ਕੇ ਪ੍ਰਭੂ ਦੀ ਯਾਦ ਆਵੇਗੀ। ਜਿਵੇਂ ਆਸਤੇ ਆਸਤੇ ਛੁਟਕਾਰਾ ਹੋਵੇਗਾ। ਜਿਵੇਂ ਇੱਥੇ ਗੁਰਮੁਖ ਪਿਆਰੇ ਆਉਂਦੇ ਹਨ ਸੇਵਾ ਕਰਨ ਵਾਸਤੇ, ਤੇ ਕੁਛ 5-7 ਸਾਲ ਪਹਿਲਾਂ ਇਹ ਕਦੇ ਕਦੇ ਆਉਂਦੇ ਹੁੰਦੇ ਸਨ। ਜਦੋਂ ਟਾਈਮ ਲੱਗਦਾ, ਫਿਰ ਆਸਤੇ ਆਸਤੇ ਇਹ ਟਾਈਮ ਕੱਢ ਕੇ ਆਉਣ ਲੱਗ ਪਏ ਸਤ ਸੰਗਤ ਕਰਨ ਵਾਸਤੇ। ਤੇ ਹੁਣ ਹਾਲਤ ਇਹ ਹੋ ਗਈ ਹੈ ਕਿ ਇੱਧਰ ਜ਼ਿਆਦਾ ਸਮਾਂ ਲਾਉਂਦੇ ਹਨ, ਸੰਸਾਰਿਕ ਕੰਮਾਂ ਵੱਲ ਬਹੁਤ ਘੱਟ ਜਾਣ ਲੱਗ ਪਏ ਹਨ। ਹੁਣ ਦੇਖੋ ਕੈਸੇ ਤਬਦੀਲੀ ਹੋਈ ਆਸਤੇ ਆਸਤੇ। ਅਜੇ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਹੋਇਆ ਹੈ, ਫਿਰ ਵੀ ਜ਼ਿਆਦਾ ਸਮਾਂ ਇੱਧਰ ਲੱਗਣ ਲੱਗ ਪਿਆ ਹੈ, ਘੱਟ ਸਮਾਂ ਸੰਸਾਰ ਵਿੱਚ। ਪਤਾ ਲੱਗ ਗਿਆ ਨਾ, ਅਵਰ ਕਾਜ ਤੇਰੇ ਕਿਤੇ ਨਾ ਕਾਂ, ਮਿਲ ਸਾਧ ਸੰਗਤ ਭਜ ਕੇਵਲ ਨਾ। ਇਹਦਾ ਅਰਥ ਸਮਝ ਵਿੱਚ ਆਇਆ। ਤੇ ਤੁਸੀਂ ਆਮ ਸਧਾਰਨਤ ਹੈ ਸੋਚੋ, ਗ੍ਰਸਤੀਆਂ ਦਾ ਟਾਈਮ ਹੀ ਨਹੀਂ ਹੁੰਦਾ ਹੈ, ਸਮਾਂ ਹੀ ਨਹੀਂ ਹੁੰਦਾ ਹੈ ਕਾਰੋਬਾਰਾਂ 'ਚੋਂ ਨਿਕਲ ਕੇ ਬਾਹਰ ਆਉਣ। ਕਈ ਕਹਿ ਵੀ ਦਿੰਦੇ ਹਨ ਆਉਣਾ ਤੇ ਚਾਹੁੰਦੇ ਹਾਂ, ਪਰ ਟਾਈਮ ਨਹੀਂ ਲੱਗਦਾ। ਉਹਨਾਂ ਨੂੰ ਸੰਸਾਰਿਕ ਕੰਮ ਮਹੱਤਵਪੂਰਨ ਲੱਗਦੇ ਆ, ਸਤਸੰਗ ਨਹੀਂ। ਫਿਰ ਇਹਨਾਂ ਦੇ ਸੰਸਾਰਿਕ ਕੰਮ ਵੀ ਨਹੀਂ ਰੁਕੇ ਹੋਏ ਹਨ। ਇਹਨਾਂ ਨੇ ਪਿੱਛੇ ਆਪਣੇ ਬੱਚਿਆਂ ਨੂੰ ਸੰਭਾਲ ਦਿੱਤੇ, ਤੇ ਜਦੋਂ ਉਹਨਾਂ ਨੂੰ ਸੰਭਾਲ ਦਈਏ ਕੰਮ, ਫਿਰ ਉਹ ਜ਼ਿਆਦਾ ਵਧੀਆ ਕਰਦੇ ਆ, ਜ਼ਿੰਮੇਵਾਰੀ ਨਾ ਕਰਦੇ ਆ। ਤੇ ਇਹਨਾਂ ਦਾ ਆਸਤੇ ਆਸਤੇ ਛੁਟਕਾਰਾ ਹੋਣ ਲੱਗ ਪਿਆ। ਇਵੇਂ ਹੀ ਹੋਵੇਗਾ ਨਾ। ਇਹੋ ਹੀ ਅਕਸਰ ਮੈਂ ਕਹਿੰਦਾ ਹਾਂ ਵੀ ਪੁਰਾਣੇ ਸਮਿਆਂ 'ਚ ਜੋ ਰਿਸ਼ੀ ਮੁਨੀਆਂ ਨੇ ਪ੍ਰਥਾ ਚਲਾਈ ਸੀ ਨਾ, ਉਹ ਵੀ ਗ੍ਰਸਤੀ ਸਨ ਸਾਰੇ, ਜ਼ਿਆਦਾਤਰ ਰਿਸ਼ੀ ਮੁਨੀ। ਤਾਂ ਉਹਨਾਂ ਨੇ 4 ਆਸ਼ਰਮ ਬਣਾਏ ਹੋਏ ਸਨ। ਜ਼ਿੰਦਗੀ ਦੇ 4 ਪੜਾਅ। ਪਹਿਲਾਂ ਪੜ੍ਹਨਾ, ਪੜ੍ਹਾਉਣਾ, ਬੱਚੇ ਨੂੰ ਸਿਖਾਉਣਾ, ਜੀਵਨ ਬਾਰੇ ਦੱਸਣਾ, ਸੰਸਾਰ 'ਚ ਕਿਵੇਂ ਰਹਿਣਾ। ਫਿਰ ਨਾਲ ਨਾਲ ਉਹ ਵੀ ਦੱਸਦੇ ਸਨ ਵੀ ਵਾਪਸ ਤੂੰ ਇੱਧਰ ਨੂੰ ਵੀ ਆਉਣਾ ਹੈ ਸੰਸਾਰ ਵਿੱਚ। ਅਤੇ ਬੱਚਾ ਸੰਸਾਰ ਵਿੱਚ ਜਾਂਦਾ, ਗ੍ਰਸਤ ਵਿੱਚ ਪੈਂਦਾ। ਤਾਂ ਉਹ ਕਹਿੰਦੇ ਸਨ ਵੀ ਗ੍ਰਸਤ ਵਿੱਚ ਜਦੋਂ ਕਾਰੋਬਾਰ ਪੂਰਾ ਹੋ ਜੇ, ਗ੍ਰਸਤ ਪੂਰਾ ਹੋ ਗਿਆ, ਫਿਰ ਤੂੰ ਵਾਪਸ ਆਉਣ ਦੀ ਤਿਆਰੀ ਕਰਨੀ ਹੈ। ਉਹਨੂੰ ਕਹਿੰਦੇ ਸਨ ਵਾਨਪ੍ਰਸਥ। ਵੀ ਆਸਤੇ ਆਸਤੇ ਤੂੰ ਵਾਪਸ ਵੀ ਆਉਣਾ, ਸੰਸਾਰ ਵਿੱਚ ਵੀ ਜਾਣਾ ਹੈ ਅਤੇ ਸੰਸਾਰ ਵਿੱਚੋਂ ਵਾਪਸ ਵੀ ਆਉਣਾ ਹੈ ਉੱਧਰ ਨੂੰ ਜਾਣ ਵਾਸਤੇ ਜਿੱਧਰੋਂ ਤੂੰ ਆਇਆ ਹੈ। ਸਰੀਰ ਢਾਲੇ ਪੈ ਗਿਆ, ਬੁੱਢਾ ਹੋ ਗਿਆ, ਅੱਗਾ ਨੇੜੇ ਆਇਆ, ਅਤੇ ਉਹ ਅੱਗਾ ਜਿਹੜਾ ਨੇੜੇ ਆਇਆ ਹੈ ਉੱਧਰ ਨੂੰ ਜਾਣ ਵਾਸਤੇ ਤਿਆਰੀ ਵੀ ਕਰਨੀ ਹੈ। ਉਹਨੂੰ ਵਾਨਪ੍ਰਸਥ ਕਹਿੰਦੇ ਸਨ। ਜਿਵੇਂ ਗੁਰਮੁਖ ਪਿਆਰਿਆਂ ਦਾ ਵਾਨਪ੍ਰਸਥ ਚੱਲ ਰਿਹਾ ਹੈ, ਭਾਵ ਕਿ ਮਰਨ ਤੋਂ ਬਾਅਦ ਦੀ ਤਿਆਰੀ। ਅਤੇ ਮਰਨ ਤੋਂ ਬਾਅਦ ਦੀ ਤਿਆਰੀ ਪਹਿਲਾਂ ਹੀ, ਜੋ ਮੌਤ ਛਡਾਉਂਦੀ ਹੈ ਉਹਨੂੰ ਪਹਿਲਾਂ ਹੀ ਛੱਡਣਾ ਸ਼ੁਰੂ ਕਰ ਦੇਣਾ।
ਤਾਂ ਹੀ ਤਿਆਰੀ ਹੋਵੇਗੀ ਨਾ ਉਦੋਂ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੜਕੀ ਦੀ ਤਿਆਰੀ ਕਰਵਾਉਂਦੇ ਸਨ ਸਹੁਰੇ ਘਰ ਜਾਣ ਵਾਸਤੇ, ਅਤੇ ਛੋਟੀ ਉਮਰ ਦੇ ਵਿੱਚ ਹੀ ਤੇ ਲੜਕੀ ਨੂੰ ਤਿਆਰੀ ਕਰਵਾਉਂਦੇ ਸਨ। ਆਸਤੇ ਆਸਤੇ ਜੋ ਉਹਨੇ ਸਹੁਰੇ ਘਰ ਵਰਤਣਾ ਹੈ ਸਮਾਨ, ਉਹਨੂੰ ਪਹਿਲਾਂ ਹੀ ਬਣਾਉਣ ਵਾਸਤੇ ਦੇ ਦਿੰਦੇ ਸਨ। ਚਾਦਰਾਂ ਵਗੈਰਾ ਕੱਢਣੀਆਂ, ਕੱਪੜੇ ਵਗੈਰਾ ਬਣਾਉਣੇ, ਸਾਰੇ ਕੰਮ ਮਾਈਆਂ ਸਿਖਾਉਂਦੀਆਂ ਸਨ। ਅਤੇ ਉਹਨੂੰ ਨਾਲ ਨਾਲ ਚੇਤੇ ਦਿਵਾਉਂਦੀਆਂ ਸਨ ਵੀ ਸਹੁਰੇ ਘਰ ਜਾ ਕੇ ਤੂੰ ਇਹ ਸਭ ਕੁਛ ਕਰਨਾ ਹੈ, ਭਾਵ ਕਿ ਉਹਨੂੰ ਸਹੁਰੇ ਘਰ ਦਾ ਖਿਆਲ ਬਣਿਆ ਰਹੇ ਵੀ ਜਾਣਾ ਹੈ, ਪੇਕੇ ਘਰ ਸਦਾ ਨਹੀਂ ਰਹਿਣਾ। ਇਵੇਂ ਹੀ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇਹ ਪੇਕਾ ਘਰ ਹੈ ਸੰਸਾਰ, ਇੱਥੋਂ ਜਾਣਾ ਹੈ, ਅਤੇ ਸਹੁਰੇ ਘਰ ਦੀ ਤਿਆਰੀ ਪਹਿਲਾਂ ਹੀ ਕਰੋਗੇ ਤਾਂ ਹੀ ਹੈ। ਇਸੇ ਹੀ ਕਾਰਨ ਪੁਰਾਣੇ ਸਮਿਆਂ 'ਚ ਤਲਾਕ ਬਹੁਤ ਘੱਟ ਹੁੰਦੇ ਸਨ, ਕਿਉਂਕਿ ਪੇਕੇ ਘਰ ਨਾਲ ਮੋਹ ਘੱਟ ਹੁੰਦਾ ਸੀ। ਸਹੁਰੇ ਘਰ ਦੀ ਪਹਿਲਾਂ ਤੂੰ ਤਿਆਰੀ, ਫਿਰ ਛੋਟੀ ਉਮਰ 'ਚ ਵਿਆਹ, ਅਤੇ ਪੇਕੇ ਘਰ ਦੇ ਨਾਲ ਮੋਹ ਨਾ ਬਹੁਤਾ ਹੋਣਾ, ਅਤੇ ਸਹੁਰੇ ਘਰ ਪੂਰੀ ਦੀ ਤਰ੍ਹਾਂ ਪੂਰੀ ਵਸ ਪਾਉਂਦੀਆਂ ਸਨ ਲੜਕੀ। ਅਜੋਕੇ ਸਮੇਂ 'ਚ ਪੂਰਾ ਨਹੀਂ ਵਸ ਪਾਉਂਦੀਆਂ ਹਨ, ਪੇਕੇ ਘਰ ਨਾਲ ਵੀ ਮੋਹ ਬਣਿਆ ਰਹਿੰਦਾ ਹੈ। ਅਤੇ ਸਹੁਰੇ ਘਰ ਵਸਣਾ ਹੈ ਅਤੇ ਪੇਕੇ ਘਰ ਦੇ ਨਾਲ ਮੋਹ ਛੱਡੋਗੇ ਤਾਂ ਹੀ ਵਸ ਪਾਓਗੇ ਨਾ ਪੂਰੀ ਤਰ੍ਹਾਂ ਮਨ ਕਰਕੇ। ਅਤੇ ਸਹੁਰੇ ਘਰ ਜਾਣ ਦੀ ਜਦੋਂ ਪੂਰੀ ਤਿਆਰੀ ਹੋ ਗਈ, ਫਿਰ ਸੰਨਿਆਸ, ਫਿਰ ਚੱਲ ਪਏ ਸਹੁਰੇ ਘਰ ਨੂੰ, ਨਿੱਜ ਘਰ ਨੂੰ ਕਹਿ ਲਓ, ਜਿਸ ਘਰ ਤੋਂ ਰਹਿਣਾ ਬਸਣਾ। ਅਤੇ ਉਹ ਪੁਰਾਣੀ ਪ੍ਰਥਾ ਬਹੁਤ ਵਧੀਆ ਸੀ, ਉਹਨੂੰ ਹੀ ਮੈਂ ਦੁਬਾਰਾ ਫੇਰ ਸੁਰਜੀਤ ਕਰਨੀ ਚਾਹੁੰਦਾ ਹਾਂ। ਇਸ ਕਾਰਨ ਮੈਂ ਕਹਿੰਦਾ ਨਹੀਂ ਹਾਂ ਬਹੁਤੇ ਨੌਜਵਾਨਾਂ ਨੂੰ ਵੀ ਕਾਹਲੀ ਨਾ ਕਰੋ, ਆਸਤੇ ਆਸਤੇ ਸੁਣੋ, ਸਮਝੋ, ਅਮਲ ਕਰੋ, ਹੌਲੀ ਹੌਲੀ ਆਪਣੇ ਆਪ ਹੋਵੇਗਾ। ਪਰ ਖਿਆਲ ਰਵੇ ਇਹ ਪੇਕਾ ਘਰ ਛੱਡਣਾ, ਇਹ ਮਾਤ ਲੋਕ ਛੱਡਣਾ ਹੈ, ਪਿਆਰੇ ਕੋ ਆਉਣਾ ਹੈ।